ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਸ਼ਬਦ ਵਿਚਾਰ। ਇਸ ਪ੍ਰੋਗਰਾਮ ਨੂੰ ਆਪਾਂ ਸਮਰਪਿਤ ਕੀਤਾ ਹੋਇਆ 400 ਸਾਲਾ ਜਨਮ ਸ਼ਤਾਬਦੀ ਗੁਰੂ ਤੇਗ ਬਹਾਦਰ ਜੀ ਨੂੰ, ਜੋ ਕਿ 2021 ਦੇ ਵਿੱਚ ਮਨਾਈ ਜਾਣੀ ਹੈ ਸਮੁੱਚੇ ਪੰਥ ਦੁਆਰਾ। ਇਸ ਸਮੇਂ ਸਾਡੇ ਪੰਥ ਵਿੱਚ ਵੱਖੋ ਵੱਖਰੇ ਵੱਡੇ ਤੋਂ ਵੱਡੇ ਪੱਧਰ ਦੇ ਉੱਪਰ ਸਮਾਗਮ ਉਲੀਕੇ ਜਾਣੇ ਨੇ, ਪਰ ਆਪਾਂ ਕੋਸ਼ਿਸ਼ ਕੀਤੀ ਹੈ ਨਿੱਕੇ ਜਿਹੇ ਰੂਪ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਪਾਂ ਨੂੰ ਪ੍ਰਾਪਤ ਹੁੰਦੀ ਹੈ, ਉਸ ਦੀ ਵਿਚਾਰ ਇੱਕ ਲੜੀ ਵਿੱਚ ਆਪਾਂ ਰਲ ਮਿਲ ਕੇ ਆਪਸ ਵਿੱਚ ਸਾਂਝੀ ਕਰੀਏ। ਗੁਰੂ ਸਾਹਿਬ ਦੇ ਸ਼ਬਦਾਂ ਤੋਂ ਆਪਾਂ ਸਿੱਖਣ ਸਮਝਣ ਦਾ ਯਤਨ ਕਰੀਏ। ਸੋ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ। ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਪਾ ਕੇ ਵਿਚਾਰ ਆਪਾਂ ਆਰੰਭ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਿੱਸੇ ਤੱਕ ਆਉਂਦਿਆਂ ਆਪ ਜੀ ਨੇ 14 ਨੰਬਰ ਸ਼ਬਦ ਤੱਕ ਵਿਚਾਰ ਸਰਵਣ ਕੀਤੀ ਸੀ, ਤੇ ਇਸ ਹਿੱਸੇ ਵਿੱਚ ਆਪਾਂ 15 ਨੰਬਰ ਸ਼ਬਦ ਜੋ ਸੋਰਠ ਰਾਗ ਦੇ ਵਿੱਚੋਂ ਆਰੰਭ ਹੁੰਦਾ ਹੈ ਗੁਰੂ ਤੇਗ ਬਹਾਦਰ ਜੀ ਦਾ, ਉੱਥੋਂ ਆਪਾਂ ਵਿਚਾਰ ਨੂੰ ਸ਼ੁਰੂ ਕਰਨਾ ਹੈ। ਉਹੀ ਟਰੈਕ ਆਪਾਂ ਲੈ ਕੇ ਚੱਲਾਂਗੇ। ਪਹਿਲਾਂ ਆਪਾਂ ਸ਼ਬਦ ਦਾ ਪਾਠ ਕਰਾਂਗੇ, ਫਿਰ ਉਚਾਰਨ ਅਤੇ ਵਿਸ਼ਰਾਮ ਸੇਧਾਂ ਦੀ ਗੱਲ ਕਰਾਂਗੇ, ਉਪਰੰਤ ਆਪਾਂ ਉਸ ਦੀ ਵਿਚਾਰ ਸਾਂਝੀ ਕਰਾਂਗੇ। ਸੋ ਸ਼ਬਦ ਜਿਵੇਂ ਲਿਖਿਆ ਹੋਇਆ, ਮੂਲ ਪਾਠ ਇੱਕ ਵਾਰੀ ਆਪ ਜੀ ਸਰਵਣ ਕਰੋ। ਸੋਰਠ ਮਹਲਾ ਨੌਵਾਂ। ਮਨ ਰੇ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਨੋ, ਅਰ ਗਾਓ ਰਸਨਾ ਗੀਤ ਰਹਾਓ। ਕਰ ਸਾਧ ਸੰਗਤ ਸਿਮਰ ਮਾਧੋ, ਹੋਹਿ ਪਤਿਤ ਪੁਨੀਤ, ਕਾਲ ਬਿਆਲ ਜਿਉ ਪਰਿਓ ਡੋਲੇ, ਮੁਖ ਪਸਾਰੇ ਮੀਤ। ਆਜ ਕਾਲ ਫੁਨ ਤੋਹਿ ਗ੍ਰਸ ਹੈ, ਸਮਝ ਰਾਖੋ ਚੀਤ, ਕਹੈ ਨਾਨਕ ਰਾਮ ਭਜ ਲੈ, ਜਾਤ ਅਵਸਰ ਬੀਤ। ਦੋ ਪਦਿਆਂ ਦਾ ਇਹ ਸ਼ਬਦ ਹੈ। ਸੋਰਠ ਰਾਗ ਦਾ ਪਹਿਲਾ ਸ਼ਬਦ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸੀਕੁਐਂਸ ਵਿੱਚ ਰੱਖ ਕੇ ਵੇਖੀਏ ਤਾਂ ਉਸ ਲੜੀ ਵਿੱਚ ਇਹ 15ਵਾਂ ਸ਼ਬਦ ਹੈ। ਸੋ ਇਸ ਦੇ ਉਚਾਰਨ ਦੀ ਬਾਬਤ ਬੇਨਤੀ ਕਰੀਏ। ਰੇ ਮਨ ਰਾਮ ਸਿਉ ਕਰ ਪ੍ਰੀਤ। ਰੇ ਮਨ, ਇੱਥੇ ਵਿਸ਼ਰਾਮ ਦੇਵਾਂਗੇ। ਰੇ ਮਨ ਸੰਬੋਧਨੀ ਸ਼ਬਦ ਹੈ। ਸਰਵਨ ਗੋਬਿੰਦ ਗੁਣ ਸੁਨੋ। ਸਰਵਣ ਆਪਣੇ ਆਪ ਦੇ ਵਿੱਚ ਕਾਰਕ ਹੈ, ਇਸ ਲਈ ਇਹਦੇ ਉੱਪਰ ਆਪਾਂ ਅਰਧ ਵਿਸ਼ਰਾਮ ਦੇਵਾਂਗੇ। ਸਰਵਣ ਗੋਬਿੰਦ ਗੁਣ ਸੁਨੋ। ਸੁਨੋ, ਇੱਥੇ ਆਪਾਂ ਕੌਮਾ ਲਾਵਾਂਗੇ, ਪੂਰਨ ਵਿਸ਼ਰਾਮ ਦੇਵਾਂਗੇ। ਅਰ ਗਾਓ ਰਸਨਾ ਗੀਤ, ਕਰ ਸਾਧ ਸੰਗਤ ਸਿਮਰ ਮਾਧੋ। ਮਾਧੋ ਉੱਪਰ ਵਿਸ਼ਰਾਮ ਦੇਵਾਂਗੇ। ਹੋਹਿ ਪਤਿਤ ਪੁਨੀਤ। ਹੋਹਿ, ਇਹ ਸ਼ਬਦ ਆ ਜਿਹੜਾ ਕਿਰਿਆ ਵੀ, ਇਹਨੂੰ ਆਪਾਂ ਉਚਾਰਨ ਕਰਾਂਗੇ ਹੋਹੇ, ਇੱਦਾਂ ਨਹੀਂ ਉਚਾਰਨ ਕਰਾਂਗੇ ਹੋ, ਬਸ ਇੱਦਾਂ ਉਚਾਰਨ ਕਰਾਂਗੇ। ਅੰਤ ਨਾਸਕੀ ਉਚਾਰਨ ਹੋਏਗਾ ਇਸ ਦਾ। ਅੰਤ ਉਚਾਰਨ ਜਿਹੜਾ ਹੈ ਉਹ ਲਘੂ ਨਹੀਂ ਹੋਏਗਾ, ਦੀਰਘ ਹੋਵੇਗਾ। ਉਹ ਲਘੂ ਉਚਾਰਨ ਹੋਏਗਾ, ਖਿਮਾ ਕਰਨੀ, ਉਹ ਦੀਰਘ ਨਹੀਂ ਹੋਏਗਾ। ਦੀਰਘ ਤੋਂ ਭਾਵ ਹੁੰਦਾ ਲੰਮਾ ਉਚਾਰਨ, ਪਰ ਇੱਥੇ ਆਪਾਂ ਲਘੂ ਉਚਾਰਨ ਕਰਨਾ ਹੈ, ਕਿਉਂਕਿ ਮਾਤਰਾ ਆਪਣੇ ਕੋਲ ਲਘੂ ਮਾਤਰਾ ਸਿਹਾਰੀ ਰੂਪ ਦੇ ਵਿੱਚ ਹੈਗੀ ਆ। ਜੇ ਦੀਰਘ ਮਾਤਰਾ ਹੁੰਦੀ ਵਿਹਾਰੀ ਜਾਂ ਦੁਲਿੰਕੜ ਜਾਂ ਕੰਨਾ, ਫਿਰ ਆਪਾਂ ਉਸ ਰੂਪ ਦੇ ਵਿੱਚ ਉਚਾਰਨ ਕਰਨਾ ਸੀ। ਪਰ ਇੱਥੇ ਮਾਤਰਾ ਆਪਣੇ ਕੋਲੇ ਅੰਤ ਵਿੱਚ ਸਿਹਾਰੀ, ਹਾਹੇ ਨੂੰ ਹੋੜਾ, ਹਾਹੇ ਨੂੰ ਸਿਹਾਰੀ ਹੈਗੀ ਆ, ਇਸ ਲਈ ਉਚਾਰਨ ਇਸ ਦਾ ਲਘੂ ਹੋਏਗਾ, ਦੀਰਘ ਉਚਾਰਨ ਨਹੀਂ ਹੋਏਗਾ। ਇਸ ਦਾ ਉਚਾਰਨ ਕਰਾਂਗੇ ਆਪਾਂ ਹੋਂ, ਬਸ ਇੰਨਾ, ਇਸ ਤੋਂ ਅੱਗੇ ਉਚਾਰਨ ਨਹੀਂ ਕਰਨਾ ਹੈ। ਅਗਲੀ ਤੁਕ ਹੈ ਜੀ, ਕਾਲ ਬਿਆਲ ਜਿਉ ਪਰਿਓ ਡੋਲੇ। ਕਾਲ ਬਿਆਲ ਜਿਉ ਪਰਿਓ ਡੋਲੇ, ਮੁਖ ਪਸਾਰੇ ਮੀਤ। ਡੋਲੇ ਉੱਪਰ ਵਿਸ਼ਰਾਮ ਦੇਵਾਂਗੇ। ਆਜ ਕਾਲ ਫੁਨ ਤੋਹਿ ਗ੍ਰਸ ਹੈ। ਆਜ ਕਾਲ ਅਰਧ ਵਿਸ਼ਰਾਮ। ਫੁਨ ਤੋਹਿ ਗ੍ਰਸ ਹੈ, ਇਸੇ ਸ਼ਬਦ ਨੂੰ ਤੋਹ, ਇਹਨੂੰ ਵੀ ਆਪਾਂ ਉਸੇ ਰੂਪ ਦੇ ਵਿੱਚ ਅੰਤ ਉਚਾਰਨ ਇਸ ਦਾ ਲਘੂ ਹੋਏਗਾ, ਦੀਰਘ ਨਹੀਂ ਹੋਏਗਾ। ਤੋਹੇ ਇੱਦਾਂ ਉਚਾਰਨ ਨਹੀਂ ਕਰਨਾ। ਤੋਹ, ਤੱਤੇ ਨੂੰ ਹੋੜਾ ਤੋ, ਹਾਹੇ ਨੂੰ ਸਿਹਾਰੀ ਹੈ, ਬਸ ਇਹਨੇ ਤੋਹ, ਇੱਦਾਂ ਉਚਾਰਨ ਕਰਨਾ ਹੈ। ਆਜ ਕਾਲ ਫੁਨ ਤੋਹ ਗ੍ਰਸ ਹੈ, ਸਮਝ ਰਾਖੋ ਚੀਤ, ਕਹਿ ਨਾਨਕ ਰਾਮ ਭਜ ਲੈ, ਜਾਤ ਅਵਸਰ ਬੀਤ। ਕਹਿ ਨਾਨਕ, ਵਿਸ਼ਰਾਮ, ਰਾਮ ਭਜ ਲੈ, ਵਿਸ਼ਰਾਮ, ਜਾਤ ਅਵਸਰ ਬੀਤ। ਇੱਦਾਂ ਪਾਠ ਕਰਨਾ ਆ। ਉਚਾਰਨ ਦੇ ਸੰਬੰਧ ਵਿੱਚ ਕੁਝ ਬੇਨਤੀਆਂ ਸਨ, ਆਓ ਸ਼ਬਦ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਰੇ ਮਨ ਰਾਮ ਸਿਉ ਕਰ ਪ੍ਰੀਤ। ਮਨ ਨੂੰ ਸੰਬੋਧਨ ਹੋ ਕੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ, ਹੇ ਮਨ, ਰਾਮ ਨਾਲ ਪ੍ਰੀਤ ਪਾ। ਹੋਰ ਪ੍ਰੀਤਾਂ ਤੋਂ ਬੜੀਆਂ ਪਾ ਰੱਖੀਆਂ, ਪਿਆਰ ਬੜਿਆਂ ਨਾਲ ਪਾ ਰੱਖਿਆ ਹੋਇਆ। ਕਦੀ ਕਿਸੇ ਨਾਲ ਪਿਆਰ ਕਰਦਾ, ਕਦੀ ਕਿਸੇ ਨਾਲ ਪਿਆਰ ਕਰਦਾ ਹੈ।
ਜਿਵੇਂ ਤੂੰ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਹੈ, ਆਪਣੇ ਦੋਸਤਾਂ ਮਿੱਤਰਾਂ ਨਾਲ ਪ੍ਰੀਤ ਪਾਈ ਹੋਈ ਹੈ, ਆਪਣੇ ਜਿਹੜੇ ਪਦਾਰਥ ਨੇ ਤੇਰੇ ਕੋਲ, ਮੋਬਾਈਲ ਫੋਨ ਆ ਜਾਂ ਹੋਰ ਕੋਈ ਕੰਪਿਊਟਰ ਵਗੈਰਾ ਜਾਂ ਕਾਰ ਹੈ ਜਾਂ ਕੋਈ ਬਾਈਕ ਆ, ਉਹਨਾਂ ਚੀਜ਼ਾਂ ਨੂੰ ਜਿਵੇਂ ਤੂੰ ਪਿਆਰ ਨਾਲ ਰੱਖਿਆ ਹੋਇਆ ਹੈ ਭਾਈ, ਆਪਣੇ ਮਨ ਦਾ ਪਿਆਰ ਇੱਦਾਂ ਹੀ ਸਰਵ ਵਿਆਪਕ ਈਸ਼ਵਰ ਦੇ ਨਾਲ ਪਾ। ਰੱਬ ਨਾਲ ਤੇਰਾ ਪਿਆਰ ਪਵੇ। ਗੁਰੂ ਤੇਗ ਬਹਾਦਰ ਜੀ ਇਹ ਸਮਝਾ ਰਹੇ ਨੇ, ਰੱਬ ਨੂੰ ਪਿਆਰ ਕਰ, ਰੱਬ ਤੋਂ ਡਰ ਨਾ, ਸਰਵ ਵਿਆਪਕ ਈਸ਼ਵਰ ਦੇ ਨਾਲ ਪ੍ਰੇਮ ਦੀ ਸਾਂਝ ਆਪਣੇ ਮਨ ਵਿੱਚੋਂ ਪਾ। ਗੁਰੂ ਜੀ ਕਹਿੰਦੇ ਹੁਣ ਪਿਆਰ ਕਿਵੇਂ ਪਾਉਣਾ ਹੈ? ਪਿਆਰ ਪਾਉਣ ਦੇ ਲਈ ਅਸੀਂ ਕਰਨਾ ਕੀ ਹੈ? ਰਾਮ ਸਿਉ ਕਰ ਪ੍ਰੀਤ, ਰਾਮ ਦੇ ਨਾਲ ਸਾਡੀ ਪ੍ਰੀਤ ਕਿਵੇਂ ਹੋਵੇ? ਸਰਵ ਵਿਆਪਕ ਈਸ਼ਵਰ ਦੇ ਨਾਲ ਸਾਡੇ ਮਨ ਦੀ ਪ੍ਰੀਤੀ ਕਿਵੇਂ ਬਣੇ? ਲਿਖਦੇ ਹਨ, ਸ਼ਰਵਨ ਗੋਬਿੰਦ ਗੁਣ ਸੁਣੋ। ਸ਼ਰਵਨ, ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਬਈ ਇਹ ਕਾਰਕੀ ਸ਼ਬਦ ਆ, ਇਹਦਾ ਅਰਥ ਨਿਕਲੇਗਾ ਕੰਨਾਂ ਨਾਲ। ਸ਼ਰਵਨ ਕੰਨਾਂ ਨਾਲ, ਗੋਬਿੰਦ ਗੁਣ ਸੁਣੋ। ਕੰਨਾਂ ਨਾਲ ਕੀ ਸੁਣਿਆ ਕਰ ਤੂੰ? ਗੋਬਿੰਦ ਗੁਣ, ਰੱਬ ਦੇ ਗੁਣ ਸੁਣਿਆ ਕਰ, ਰੱਬ ਦੀ ਵਡਿਆਈ ਨੂੰ ਸੁਣਿਆ ਕਰ, ਰੱਬ ਦੀ ਮਹਾਨਤਾ ਨੂੰ ਆਪਣੇ ਕੰਨਾਂ ਨਾਲ ਸੁਣਿਆ ਕਰ। ਇਹਦਾ ਅਰਥ ਇਹ ਨਹੀਂ ਹੈ ਵੀ ਕੰਨਾਂ ਨਾਲ ਹੋਰ ਗੱਲਾਂ ਬਾਤਾਂ ਨਹੀਂ ਸੁਣਨੀਆਂ। ਹੋਰ ਗੱਲਾਂ ਬਾਤਾਂ ਤੋਂ ਭਾਵ ਆਪ ਜੀ ਨੇ ਲੋਭ ਮੋਹ ਹੰਕਾਰ ਦੀਆਂ ਗੱਲਾਂ ਨਹੀਂ ਲੈਣੀਆਂ। ਹੋਰ ਗੱਲਾਂ ਬਾਤਾਂ ਦਾ ਭਾਵ ਅਰਥ ਆ ਜੋ ਸੰਸਾਰ ਦੇ ਵਿੱਚ ਅਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਵਿਚਰਦੇ, ਆਪਣਾ ਕਾਰ ਵਿਹਾਰ ਕਰਦੇ, ਆਪਣੇ ਘਰ ਪਰਿਵਾਰ 'ਚ ਵਿਚਰਦੇ, ਇੱਕ ਦੂਜੇ ਨੂੰ ਗੱਲਬਾਤ ਕਰਦੇ ਹਾਂ ਅਤੇ ਇੱਕ ਦੂਸਰੇ ਦੀ ਗੱਲਬਾਤ ਅਸੀਂ ਸੁਣਦੇ ਹਾਂ। ਉਹਨੂੰ ਇਉਂ ਸੁਣਨਾ ਆ ਅਸੀਂ ਜਿਵੇਂ ਪਰਮੇਸ਼ਰ ਦੇ ਬੋਲ ਹੋਣ। ਉਹਦੇ ਵਿੱਚੋਂ ਅਸੀਂ ਰੱਬ ਦੀ ਹੋਂਦ ਨੂੰ ਮਹਿਸੂਸ ਕਰਨਾ ਹੈ। ਗੋਬਿੰਦ ਗੁਣ ਸੁਣੋ, ਇਹ ਗੁਣ ਪੈਦਾ ਕਰੋ ਵੀ ਸਾਨੂੰ ਗੋਬਿੰਦ ਦੇ ਹੀ ਗੁਣ ਸੁਣਾਈ ਦੇਣ। ਅਰ ਗਾਓ ਰਸਨਾ ਗੀਤ, ਅਤੇ ਰਸਨਾ ਤੋਂ ਪਰਮੇਸ਼ਰ ਦੀ ਉਸਤਤੀ ਦੇ ਗੀਤ ਗਾਓ। ਆ ਸਾਡੀ ਰਸਨਾ ਆ ਨਾ ਜਿਹੜੀ ਜ਼ੁਬਾਨ, ਇਹ ਰੱਬ ਦੀ ਉਸਤਤੀ ਦੇ ਗੀਤ ਗਾਵੇ। ਇਹ ਜਿਸ ਪਾਸੇ ਨੂੰ ਵੀ ਜਾਵੇ, ਜਿਸ ਦੇ ਨਾਲ ਵੀ ਗੱਲ ਕਰੇ, ਅਹਿਸਾਸ ਇਹ ਹੋਵੇ ਮੇਰੇ ਸਾਹਮਣੇ ਪਰਮੇਸ਼ਰ ਦਾ ਸਾਜਿਆ ਹੋਇਆ ਇੱਕ ਅਦਭੁਤ ਇਨਸਾਨ ਹੈ ਜਿਸ ਵਿੱਚ ਰੱਬ ਦੀ ਜੋਤ ਹੈ ਤੇ ਉਸ ਨਾਲ ਗੱਲਬਾਤ ਕਰ ਰਿਹਾ ਹਾਂ। ਮਨ ਦੀ ਇਹ ਭਾਵਨਾ ਹੋਣੀ ਚਾਹੀਦੀ ਹੈ। ਸੱਚ ਜਾਣਿਓ, ਜਦੋਂ ਮਨ ਦੀ ਇਹ ਭਾਵਨਾ ਹੋਏਗੀ ਵੀ ਕੰਨਾਂ ਨਾਲ ਗੋਬਿੰਦ ਦਾ ਜਸ ਸੁਣਨਾ ਆ, ਫਿਰ ਤੇ ਗੁਰੂ ਸਾਹਿਬ ਨੇ ਬਾਣੀ 'ਚ ਲਿਖ ਦਿੱਤਾ, ਹਰ ਹਟ ਭੀ ਤੂੰ ਤੂੰ ਕਰੈ, ਬੋਲੇ ਭਲੀ ਬਾਣ। ਫਿਰ ਤੇ ਭਾਈ ਜਦੋਂ ਇਹ ਭਾਵਨਾ ਬਣ ਗਈ, ਫਿਰ ਤੇ ਹਰ ਆਵਾਜ਼ ਸਾਨੂੰ ਪਰਮੇਸ਼ਰ ਦੀ ਆਵਾਜ਼ ਸੁਣਾਈ ਦੇਵੇਗੀ, ਰੱਬ ਦੀ ਹੀ ਆਵਾਜ਼ ਸੁਣਾਈ ਦੇਵੇਗੀ। ਪੰਛੀਆਂ ਦੇ ਵਿੱਚੋਂ, ਜਾਨਵਰਾਂ ਦੇ ਵਿੱਚੋਂ, ਮਨੁੱਖਾਂ ਦੇ ਵਿੱਚੋਂ ਜੋ ਆਵਾਜ਼ਾਂ ਨੇ, ਸਾਰੀਆਂ ਆਵਾਜ਼ਾਂ ਸਾਡੇ ਕੰਨ ਜਦੋਂ ਇਹਨਾਂ ਨੂੰ ਸੁਣਨਗੇ ਤਾਂ ਇਉਂ ਲੱਗੇਗਾ ਜਿਵੇਂ ਪਰਮੇਸ਼ਰ ਦਾ ਹੀ ਨਾਦ ਸਾਨੂੰ ਸੁਣਾਈ ਦੇ ਰਿਹਾ ਹੈ। ਤੇ ਜਦੋਂ ਰਸਨਾ ਤੋਂ ਗੱਲ ਕਰੇਗਾ, ਇਹ ਮਹਿਸੂਸ ਕਰਕੇ ਗੱਲ ਕਰੇ ਕਿ ਪਰਮੇਸ਼ਰ ਦੇ ਨਾਲ ਗੱਲ ਕਰ ਰਿਹਾ ਹਾਂ, ਮੇਰਾ ਡਾਇਲੋਗ ਰੱਬ ਨਾਲ ਹੋ ਰਿਹਾ ਹੈ। ਸੋ ਇਉਂ ਆਲੇ ਦੁਆਲੇ ਵਿੱਚ ਵਾਹਿਗੁਰੂ ਨੂੰ ਮਹਿਸੂਸ ਕਰਨਾ। ਗਾਓ ਰਸਨਾ ਗੀਤ, ਇਹਦੀ ਜਾਂਚ ਸਾਨੂੰ ਕਿੱਥੋਂ ਮਿਲਦੀ ਆ? ਗੁਰੂ ਜੀ ਕਹਿੰਦੇ, ਕਰ ਸਾਧ ਸੰਗਤ ਸਿਮਰ ਮਾਧੋ ਹੋਂਹਿ ਪਤਿਤ ਪੁਨੀਤ। ਕਰ ਸਾਧ ਸੰਗਤ, ਗੁਰੂ ਦੀ ਸੰਗਤ ਕਰਿਆ ਕਰ। ਗੁਰੂ ਦੀ ਸੰਗਤ ਵਿੱਚ ਬੈਠ ਕੇ ਸਿਮਰ ਮਾਧੋ। ਮਾਧੋ ਜੋ ਮਾਧਵ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਮਾਇਆ ਦਾ ਪਤੀ ਕਹਿ ਲਈਏ ਪਰਮੇਸ਼ਰ, ਅਕਾਲ ਪੁਰਖ ਨੂੰ ਸਿਮਰਨ ਦੀ ਜਾਂਚ ਸਾਧ ਸੰਗਤ ਵਿੱਚੋਂ ਪ੍ਰਾਪਤ ਹੋਏਗੀ। ਸਾਧ ਸੰਗਤ ਦਾ ਅਰਥ ਹੈ ਗੁਰੂ ਦੀ ਸੰਗਤ, ਸਾਧੂ ਸਤਿਗੁਰੂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਬੈਠ ਕੇ ਗੁਰਬਾਣੀ ਨੂੰ ਪੜ੍ਹ ਕੇ, ਸਮਝ ਕੇ, ਵਿਚਾਰ ਕਰਕੇ ਜਾਂਚ ਸਾਨੂੰ ਪ੍ਰਾਪਤ ਹੋਏਗੀ ਕਿ ਪਰਮੇਸ਼ਰ ਨਾਲ ਅਸੀਂ ਕਿਵੇਂ ਜੁੜਨਾ ਹੈ। ਜਦੋਂ ਸਾਨੂੰ ਇਹ ਜਾਂਚ ਮਿਲ ਗਈ, ਫਿਰ ਕੀ ਹੋਏਗਾ? ਹੋਂਹਿ ਪਤਿਤ ਪੁਨੀਤ, ਫਿਰ ਤੂੰ ਪਤਿਤ ਤੋਂ ਪੁਨੀਤ ਬਣ ਜਾਏਗਾ। ਕਿੰਨਿਆਂ ਨੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਉਹ ਪੁਨੀਤ ਹੋ ਗਏ ਨਾ। ਭਾਈ ਲਹਿਣਾ ਜੀ ਗੁਰੂ ਨਾਨਕ ਦੀ ਸੰਗਤ ਵਿੱਚ ਆ ਕੇ ਪੁਨੀਤ ਹੋ ਜਾਂਦੇ ਆ। ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆ ਕੇ ਪੁਨੀਤ ਹੋ ਜਾਂਦੇ ਆ। ਭਾਈ ਜੇਠਾ ਗੁਰੂ ਅਮਰਦਾਸ ਦੀ ਸੰਗਤ ਵਿੱਚ ਆ ਕੇ ਪੁਨੀਤ ਹੋ ਜਾਂਦੇ ਆ। ਪੁਨੀਤ ਹੁੰਦੇ ਨੇ ਨਾ, ਹੋਰ ਕਿੰਨੇ ਹੀ ਗੁਰਸਿੱਖ ਨੇ ਜੋ ਸਤਿਗੁਰ ਦੀ ਸ਼ਰਨ ਵਿੱਚ ਆਣ ਕੇ ਜਦੋਂ ਆਪਣੇ ਪਹਿਲੇ ਮੰਦਕਰਮੀ ਜੀਵਨ ਨੂੰ ਤਿਆਗ ਦਿੰਦੇ ਆ, ਜਾਂ ਅਗਿਆਨਤਾ ਵਾਲੇ ਜੀਵਨ ਨੂੰ ਤਿਆਗ ਦਿੰਦੇ ਆ, ਜਾਂ ਨਾ ਸਮਝੀ ਵਾਲੇ ਜੀਵਨ ਨੂੰ ਤਿਆਗ ਕੇ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ 'ਚ ਥਾਂ ਦੇ ਦਿੰਦੇ ਆ, ਫਿਰ ਉਹ ਪੁਨੀਤ ਜੀਵਨ ਵਾਲੇ ਬਣ ਜਾਂਦੇ ਆ। ਜੀਵਨ ਜਿਉਣ ਦਾ ਤਰੀਕਾ ਪੁਨੀਤ ਹੋ ਜਾਂਦਾ ਹੈ। ਇਹ ਚੇਤਾ ਰੱਖਣਾ, ਸਾਡਾ ਗੁਰੂ ਘਰ ਗਿਆ, ਸਤਸੰਗਤ ਕੀਤਾ, ਸਫਲਾ ਉਦੋਂ ਹੋਏਗਾ ਜਦੋਂ ਸਾਡੇ ਜੀਵਨ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਏਗੀ। ਜੇ ਅਸੀਂ ਆਪਣੇ ਜੀਵਨ ਨੂੰ ਬਦਲ ਨਹੀਂ ਰਹੇ ਹਾਂ, ਤਬਦੀਲੀ ਨਹੀਂ ਆ ਰਹੀ ਹੈ, ਫਿਰ ਸਾਡਾ ਜਾਣਾ ਕਿਸ ਅਰਥ ਹੋਏਗਾ, ਇਹ ਆਪ ਜੀ ਨੇ ਅੰਦਾਜ਼ਾ ਲਾ ਲੈਣਾ। ਬੱਚਾ ਇੱਕ ਸਕੂਲ 'ਚ ਪੜ੍ਹਦਾ ਸੀ, ਉਦਾਹਰਣ ਰੂਪ ਦੇ ਵਿੱਚ ਸਮਝੋ, ਨਿਆਣਾ ਇੱਕ ਸਕੂਲ 'ਚ ਪੜ੍ਹਦਾ ਆ, ਹੈ ਨਾ, ਪੜ੍ਹਦਾ ਬੱਚਾ, ਤੇ ਉੱਥੇ ਉਹ ਚੰਗੀ ਪੜ੍ਹਾਈ ਨਹੀਂ ਕਰ ਰਿਹਾ,
ਉੱਥੇ ਜਾਂ ਇਉਂ ਕਹਿ ਲਈਏ ਵੀ ਟੀਚਰ ਦੀ ਗੱਲ ਉਹਨੂੰ ਸਮਝ ਨਹੀਂ ਪੈ ਰਹੀ, ਟੈਸਟ ਵਿੱਚੋਂ ਚੰਗੇ ਮਾਰਕਸ ਉਹਨੂੰ ਨਹੀਂ ਆ ਰਹੇ, ਜਦੋਂ ਪੇਪਰ ਦਿੰਦਾ ਹੈ ਕੋਈ ਚੰਗਾ ਬਹੁਤੀ ਵਧੀਆ ਪੋਜੀਸ਼ਨ ਉਹਦੀ ਨਹੀਂ ਆਉਂਦੀ, ਅਤੇ ਮਾਪਿਆਂ ਨੇ ਸੋਚਿਆ ਵੀ ਕਿਉਂ ਨਾ ਇਹਦਾ ਸਕੂਲ ਚੇਂਜ ਕਰ ਦੇਈਏ, ਕਿਉਂ ਨਾ ਸਕੂਲ ਚੇਂਜ ਕਰ ਦਈਏ। ਉਹਨਾਂ ਨੇ ਸਕੂਲ ਚੇਂਜ ਕੀਤਾ ਅਤੇ ਹੋਰ ਸਕੂਲੇ ਪਾ ਦਿੱਤਾ। ਉਸ ਸਕੂਲ ਵਿੱਚ ਗਿਆ ਅਤੇ ਉੱਥੇ ਵੀ ਉਹਦਾ ਉਹੀ ਹਾਲ, ਉੱਥੇ ਵੀ ਉਹੀ ਹਾਲ। ਅਤੇ ਹੁਣ ਉਹਨਾਂ ਨੂੰ ਪਤਾ ਚੱਲ ਗਿਆ ਵੀ ਨਹੀਂ, ਸਕੂਲ ਵਿੱਚ ਕਸੂਰ ਨਹੀਂ ਹੈ, ਕਸੂਰ ਦਰਅਸਲ ਸਾਡੇ ਨਿਆਣੇ 'ਚ ਆ। ਫਿਰ ਉਹ ਆਪਣੇ ਨਿਆਣੇ ਨੂੰ ਆਖਦੇ ਵੀ ਆ ਵੀ ਕੀ ਗੱਲ ਭਾਈ, ਤੂੰ ਜਾਣਾ ਆ ਅਤੇ ਜਾਣ ਦਾ ਤੇਰਾ ਕੋਈ ਫਾਇਦਾ ਨਹੀਂ ਹੋ ਰਿਹਾ ਸਕੂਲ ਜਾਣ ਦਾ। ਨਿਆਣਾ ਆਖੇ ਵੀ ਕੀ ਗੱਲ, ਮੈਂ ਤਾਂ ਰੋਜ਼ ਜਾਂਦਾ, ਮੈਂ ਤਾਂ ਸਵੇਰੇ ਜਾਂਦਾ ਘਰੋਂ ਤਿਆਰ ਹੋ ਕੇ ਆਪਣੀ ਯੂਨੀਫਾਰਮ ਪਾ ਕੇ, ਅਤੇ ਮੈਂ ਸ਼ਾਮ ਨੂੰ ਮੁੜ ਕੇ ਆਉਣਾ, ਮੁੜ ਕੇ ਮੈਂ ਟਿਊਸ਼ਨ ਦੀਆਂ ਕਲਾਸਾਂ ਲਾਉਣਾ ਆ, ਮੇਰਾ ਤਾਂ ਸਾਰਾ ਦਿਨ ਇੱਦਾਂ ਸਟੱਡੀ ਕਿਤਾਬਾਂ ਨਾਲ ਮੱਥਾ ਮਾਰਦੇ ਤਾਂ ਲੰਘ ਜਾਂਦਾ। ਅਤੇ ਪੇਰੈਂਟਸ ਫਿਰ ਆਖਣ ਉਸ ਬੱਚੇ ਦੇ ਵੀ ਨਹੀਂ, ਕੋਈ ਫਾਇਦਾ ਨਹੀਂ ਹੋ ਰਿਹਾ। ਹੁਣ ਫਾਇਦਾ ਹੋ ਰਿਹਾ ਜਾਂ ਨਾ ਹੋ ਰਿਹਾ, ਇਹ ਕਿੱਥੋਂ ਪਤਾ ਚੱਲੇਗਾ? ਇਹ ਪਤਾ ਚੱਲੇਗਾ ਬੱਚੇ ਦੇ ਪੜ੍ਹਾਈ ਕਰਨ ਦੇ ਤਰੀਕੇ ਵਿੱਚ ਤਬਦੀਲੀ ਆਈ ਹੈ ਕਿ ਨਹੀਂ ਆਈ ਹੈ। ਜੇ ਤੇ ਤਬਦੀਲੀ ਆਈ ਹੈ, ਉਹ ਅੱਛੇ ਪਾਸੇ ਨੂੰ, ਚੰਗੇ ਪਾਸੇ ਨੂੰ ਚੱਲ ਪਿਆ ਹੈ, ਫਿਰ ਤੇ ਇਹਦਾ ਮਤਲਬ ਜਾਣ ਦਾ ਫਾਇਦਾ ਹੋ ਰਿਹਾ ਹੈ। ਜੇ ਉਹ ਜਿੱਥੇ ਜਿਵੇਂ ਦਾ ਪਹਿਲਾਂ ਸੀ, ਹੁਣ ਸਕੂਲ ਚੇਂਜ ਕਰਨ ਤੋਂ ਬਾਅਦ ਵੀ ਉਵੇਂ ਦਾ ਹੀ ਆ, ਅਤੇ ਫਿਰ ਉਹਦੇ 'ਚ ਕੀ ਤਬਦੀਲੀ ਆਈ? ਫਿਰ ਉਹਦਾ ਫਾਇਦਾ ਹੋਇਆ? ਹੁਣ ਪਹਿਲਾਂ ਕੋਈ ਕਿਸੇ ਹੋਰ ਥਾਂ 'ਤੇ ਜਾਂਦਾ ਸੀ, ਭਾਈ ਲਹਿਣਾ ਜੀ ਪਹਿਲਾਂ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ, ਅਤੇ ਜਦੋਂ ਗੁਰੂ ਨਾਨਕ ਨਾਲ ਜੁੜੇ, ਗੁਰੂ ਨਾਨਕ ਜੀ ਨਾਲ ਜੁੜਨ ਤੋਂ ਬਾਅਦ ਟੋਟਲੀ ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਆ ਗਈ। ਆਈ ਕਿ ਸਵੀਕਾਰ ਕਰਦੇ ਹੋ ਨਾ ਤੁਸੀਂ ਇਸ ਗੱਲ ਨੂੰ, ਬਈ ਭਾਈ ਲਹਿਣਾ ਜੀ ਦੇ ਜੀਵਨ ਵਿੱਚ ਟੋਟਲੀ ਤਬਦੀਲੀ ਆਈ। ਉਹਨਾਂ ਨੇ ਪਹਿਲਾਂ ਜੋ ਮੰਨਦੇ ਸਨ, ਪਹਿਲਾਂ ਜੋ ਵਿਸ਼ਵਾਸ ਸਨ ਉਹਨਾਂ ਦੇ, ਪਹਿਲਾਂ ਜਿਹੋ ਜਿਹੀ ਮਨੌਤ ਸੀ ਉਹਨਾਂ ਦੀ, ਉਹ ਸਭ ਚੇਂਜ ਹੋ ਗਿਆ ਨਾ। ਇੱਦਾਂ ਹੀ ਬਾਬਾ ਅਮਰਦਾਸ ਦੇ ਜੀਵਨ ਵਿੱਚ ਪਲਟਾ ਆਇਆ। ਅਤੇ ਸਾਡੇ ਜੀਵਨ ਵਿੱਚ ਗੁਰੂ ਨਾਲ ਜੁੜ ਕੇ ਅਸੀਂ ਵੇਖਣਾ ਤਬਦੀਲੀ ਆਈ ਹੈ, ਜਾਂ ਅਸੀਂ ਗੁਰੂ ਨਾਲ ਜੁੜਨ ਤੋਂ ਪਹਿਲਾਂ ਜਿਹੋ ਜਿਹੀ ਵਿਚਾਰ ਸਾਡੀ ਸੀ, ਜਿੱਥੇ ਅਸੀਂ ਪਹਿਲਾਂ ਖੜੇ ਹੋਏ ਸੀ, ਜਿਨ੍ਹਾਂ ਨੂੰ ਪਹਿਲਾਂ ਮੰਨੀ ਪੂਜੀ ਜਾਂਦੇ ਸੀ, ਗੁਰੂ ਨਾਲ ਜੁੜਨ ਤੋਂ ਬਾਅਦ ਵੀ ਜੇ ਉਹਨਾਂ ਨੂੰ ਇਹ ਮੰਨੀ ਪੂਜੀ ਜਾਂਦੇ ਆ, ਉਹੀ ਕਰਮ ਕਰੀ ਜਾਂਦੇ ਆ, ਫਿਰ ਸਾਡਾ ਗੁਰੂ ਦੇ ਘਰ ਵਿੱਚ ਦਾਖਲਾ ਲੈਣ ਦਾ ਕਿਆ ਫਾਇਦਾ ਹੋਇਆ? ਇਹ ਅਸੀਂ ਆਪ ਵੇਖਣਾ। ਅਸੀਂ ਆਪਣੀ ਜ਼ਿੰਦਗੀ 'ਤੇ ਆਪ ਝਾਤੀ ਮਾਰਨੀ ਹੈ। ਗੁਰੂ ਨਾਲ ਜੁੜਨ ਦਾ ਫਾਇਦਾ ਤਦੇ ਹੈ, ਗੁਰੂ ਨਾਲ ਜੁੜ ਕੇ ਸਤਸੰਗਤ ਕਰਨ ਦਾ ਲਾਭ ਤਦੇ ਹੈ, ਜੇ ਸਤਸੰਗਤ ਕਰਕੇ ਸਾਡੇ ਜੀਵਨ ਵਿੱਚ ਤਬਦੀਲੀ ਆਵੇ। ਕਿਉਂਕਿ ਗੁਰਬਾਣੀ ਨੇ ਇਹ ਫੈਸਲਾ ਦਿੱਤਾ ਹੈ, ਸਤਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿਖਾ। ਸਤਸੰਗਤ ਗੁਰੂ ਦੀ ਇੱਕ ਪਾਠਸ਼ਾਲਾ ਆ, ਕਲਾਸ ਆ ਗੁਰੂ ਦੀ, ਜਿੱਥੇ ਰੱਬੀ ਗੁਣਾਂ ਦੀ ਸਿੱਖਿਆ ਦਿੱਤੀ ਜਾਂਦੀ ਆ। ਜੇ ਸਤਸੰਗਤ ਕਰਕੇ ਉਹ ਸਿੱਖਿਆ ਅਸੀਂ ਆਪਣੇ ਪੱਲੇ ਬੰਨ੍ਹਣ ਵਿੱਚ ਸਫਲ ਹੋ ਗਏ ਹਾਂ, ਫਿਰ ਤੇ ਅਸੀਂ ਚੰਗੇ ਸਕੂਲ ਦੇ ਵਿੱਚ ਚੰਗੀ ਐਜੂਕੇਸ਼ਨ ਲੈ ਰਹੇ ਹਾਂ। ਪਰ ਜੇ ਸਾਡੇ ਵਿੱਚ ਉਹ ਰੱਬੀ ਗੁਣ ਪ੍ਰਗਟ ਨਹੀਂ ਹੋ ਰਹੇ, ਦਇਆ, ਧਰਮ, ਧੀਰਜ, ਸਤ, ਸੰਤੋਖ ਇਤਿਆਦਿਕ ਜੋ ਸ਼ੁਭ ਗੁਣ ਨੇ, ਜੇ ਇਹ ਪ੍ਰਗਟ ਨਹੀਂ ਹੋ ਰਹੇ, ਜੀਵਨ ਵਿੱਚ ਤਬਦੀਲੀ ਨਹੀਂ ਆ ਰਹੀ, ਜਿੱਥੇ ਪਹਿਲਾਂ ਖੜੇ ਸਾਂ, ਜੋ ਪਹਿਲਾਂ ਸੋਚਦੇ ਸਾਂ, ਜੋ ਪਹਿਲਾਂ ਕਰਦੇ ਸਾਂ, ਉਹੀ ਕਰੀ ਜਾ ਰਹੇ ਹਾਂ, ਫਿਰ ਗੁਰੂ ਦੀ ਕਲਾਸ ਵਿੱਚ ਬੈਠਣ ਦਾ ਸਾਡਾ ਕੀ ਲਾਭ ਹੈ? ਇਹ ਅਸੀਂ ਆਪਣੇ ਆਪ, ਆਪਣੇ ਮਨ ਨੂੰ ਪੁੱਛਣਾ ਆ। ਕਰ ਸਾਧ ਸੰਗਤ ਸਿਮਰ ਮਾਧੋ, ਹੋਂ ਹੀ ਪਤਿਤ ਪੁਨੀਤ। ਗੁਰੂ ਦੀ ਸੰਗਤ ਕਰਕੇ, ਪਰਮੇਸ਼ਰ ਨਾਲ ਪ੍ਰੇਮ ਦੀ ਸਾਂਝ ਪਾ ਕੇ ਪਤਿਤਾਂ ਤੋਂ ਪੁਨੀਤ ਹੋ ਜਾਈਦਾ ਆ, ਮੰਦ ਕਰਮੀਆਂ ਤੋਂ ਭਲੇ ਕਰਮੀ ਬਣ ਜਾਈਦਾ ਆ। ਇਹ ਤਬਦੀਲੀ, ਇਹ ਪਲਟਾ ਜ਼ਿੰਦਗੀ 'ਚ ਆਉਣਾ ਚਾਹੀਦਾ ਆ ਰਿਹਾ। ਇਹਦਾ ਮਤਲਬ ਅਸੀਂ ਸਹੀ ਲੀਹ 'ਤੇ ਚੱਲ ਰਹੇ ਹਾਂ। ਜੇ ਜ਼ਿੰਦਗੀ 'ਚ ਤਬਦੀਲੀ ਨਹੀਂ ਆ ਰਹੀ, ਇਹਦਾ ਮਤਲਬ ਸਾਨੂੰ ਸਹੀ ਰਸਤਾ ਹਾਲੇ ਨਹੀਂ ਪ੍ਰਾਪਤ ਹੋਇਆ। ਅਗਲੀ ਗੱਲ, ਕਾਲ ਬਿਆਲ ਜਿਉਂ ਪਰਿਓ ਡੋਲੇ, ਮੁਖ ਪਸਾਰੇ ਮੀਤ। ਕਾਲ ਬਿਆਲ, ਬਿਆਲ ਦਾ ਅਰਥ ਹੁੰਦਾ ਆ ਸੱਪ, ਪਰਿਓ ਡੋਲੇ ਦਾ ਅਰਥ ਵੀ ਫਿਰ ਰਿਹਾ ਹੈ। ਕਾਲ ਬਿਆਲ, ਕਾਲ ਰੂਪੀ ਸੱਪ, ਮੌਤ ਰੂਪੀ ਸੱਪ ਤੇ ਦਾ ਮੂੰਹ ਅੱਡ ਕੇ ਆਪਣਾ ਸ਼ਿਕਾਰ ਲੱਭਦਾ ਫਿਰਦਾ ਹੈ। ਵੇਖੀ ਕਿਤੇ ਤੂੰ ਮੌਤ ਰੂਪੀ ਸੱਪ ਦੇ ਮੂੰਹ 'ਚ ਨਾ ਜਾ ਪਈ। ਇਸ ਤੋਂ ਪਹਿਲਾਂ ਉਹ ਮੌਤ ਰੂਪੀ ਸੱਪ ਅਜਗਰ ਤੈਨੂੰ ਨਿਗਲ ਲਵੇ, ਤੂੰ ਆਪਣੇ ਜੀਵਨ ਨੂੰ ਸਵਾਰ, ਕਿਉਂਕਿ ਮਰਨਾ ਤੇ ਹੈ ਹੀ ਆ, ਮੌਤ ਤੇ ਹੋਣੀ ਹੈ, ਜਾਣਾ ਤੇ ਹੈ ਹੀ ਆ। ਕਿਉਂ ਨਾ ਕੁਝ ਚੰਗਾ ਕਰਕੇ, ਕੋਈ ਚੰਗਾ ਜੀਵਨ ਜੀ ਕੇ ਸੰਸਾਰ ਤੋਂ ਅਸੀਂ ਜਾਈਏ। ਗੁਰੂ ਜੀ ਕਹਿੰਦੇ ਮੁੱਖ ਪਸਾਰੇ ਨੀਤ, ਨਿਤ ਹੀ ਮੁੱਖ ਪਸਾਰ ਕੇ, ਖੋਲ ਕੇ ਐਦਾਂ ਕਾਲ ਤੇ ਦੌੜਿਆ ਫਿਰਦਾ, ਤੇਰੇ ਸਿਰ ਤੇ ਵੀ ਮੰਡਰਾ ਰਿਹਾ। ਅਗਲੀ ਗੱਲ, ਆਜ ਕਾਲ ਫੁਨ ਤੋਹਿ ਗ੍ਰਸ ਹੈ, ਸਮਝ ਰਾਖੋ ਚੀਤ। ਅੱਜ ਜਾਂ ਕੱਲ ਉਸ ਕਾਲ ਰੂਪੀ ਅਜਗਰ ਨੇ ਤੈਨੂੰ ਗ੍ਰਸ ਲੈਣਾ, ਭਾਵ ਖਤਮ ਹੋ ਜਾਣਾ। ਸਰੀਰ ਰੂਪੀ ਠੀਕਰੇ ਨੇ ਫੁੱਟ ਜਾਣਾ ਆ। ਸਮਝ ਰਾਖੋ ਚੀਤ, ਇਹ ਸਮਝ ਆਪਣੇ ਚਿੱਤ ਵਿੱਚ, ਆਪਣੀ ਸਿੱਖਿਆ ਵਿੱਚ ਵਸਾ ਕੇ ਰੱਖ। ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ। ਗੁਰੂ ਜੀ ਕਹਿੰਦੇ ਤੂੰ ਪਰਮੇਸ਼ਰ ਦੇ ਨਾਮ ਨੂੰ ਭਜ, ਸਿਮਰ, ਤੇ ਉਹਦੇ ਨਾਲ ਤੂੰ ਜੀਵਨ ਚੰਗਾ ਬਣ ਜਾਏਗਾ। ਜਾਤ ਅਵਸਰ ਬੀਤ, ਤੇ ਆ ਜਿਹੜਾ ਅਵਸਰ ਆ ਮਨੁੱਖਾ ਦੇਹੀ ਵਾਲਾ, ਇਹ ਬੀਤਦਾ ਜਾ ਰਿਹਾ।
ਇਸ ਤੋਂ ਪਹਿਲਾਂ ਇਹ ਸਮਾਂ ਤੇ ਸਬੱਬ ਦੋਵੇਂ ਚੀਜ਼ਾਂ ਸਾਡੇ ਹੱਥ ਵਿੱਚੋਂ ਨਿਕਲ ਜਾਣ, ਅਸੀਂ ਵਕਤ ਰਹਿੰਦੇ ਆਪਣੇ ਜੀਵਨ ਨੂੰ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਸ਼ੁਭ ਗੁਣਾਂ ਦੀ ਰਾਹੀਂ ਸਵਾਰਨ ਦਾ ਯਤਨ ਕਰੀਏ। ਇਉਂ ਇੱਕ ਚੜ੍ਹਦੀ ਕਲਾ ਵਾਲਾ ਸੁਨੇਹਾ ਸਤਿਗੁਰ ਨੇ ਇਸ ਸ਼ਬਦ ਵਿੱਚੋਂ ਦਿੱਤਾ ਹੈ। ਅਗਲਾ ਸ਼ਬਦ ਹੈ ਸੋਰਠ ਰਾਗ ਦਾ 16 ਨੰਬਰ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ ਤੇ ਸੋਰਠ ਰਾਗ ਦਾ ਦੂਜਾ ਸ਼ਬਦ। ਲਿਖਦੇ ਹਨ, ਸੋਰਠ ਮਹਲਾ ਨੌਵਾਂ, ਮਨ ਕੀ ਮਨ ਹੀ ਮਾਹਿ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ ਰਹਾਓ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ, ਅਵਰ ਸਗਲ ਮਿਥਿਆ ਇਹ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾਂ ਨਹੀਂ। ਇਹ ਹੈ ਸ਼ਬਦ ਦੋ ਪਦਿਆਂ ਦਾ। ਇਹਦੇ ਵਿੱਚ ਆਪਾਂ ਵਿਸ਼ਰਾਮਾਂ ਦੀ ਗੱਲ ਕਰੀਏ, ਮਨ ਕੀ ਮਨ ਹੀ ਮਾਹਿ ਰਹੀ। ਮਨ ਕੀ ਮਨ ਇੱਦਾਂ ਨਹੀਂ ਪੜ੍ਹਨਾ, ਜਾਂ ਮਨ ਕੀ ਮਨ ਹੀ ਮਾਹਿ ਰਹੀ ਇੱਦਾਂ ਵੀ ਨਹੀਂ ਪੜ੍ਹਨਾ। ਜਦੋਂ ਸ਼ਬਦ ਵਿੱਚ ਕੋਈ ਸੰਬੰਧਕੀ ਸ਼ਬਦ ਆ ਜਾਏ ਇੱਕ ਤੁਕ ਵਿੱਚ ਕਿਸੇ ਥਾਂ ਦੇ ਉੱਪਰ, ਕਾ ਕੇ ਕੀ ਦਾ ਦੇ ਦੀ ਵਿੱਚ ਇਤਿਆਦਿਕ ਜਿਹੜੇ ਸੰਬੰਧਕੀ ਸ਼ਬਦ ਨੇ, ਜਦੋਂ ਕਿਸੇ ਤੁਕ ਵਿੱਚ ਮੂਲ ਰੂਪ ਦੇ ਵਿੱਚ ਸੰਬੰਧਕੀ ਸ਼ਬਦ ਆ ਜਾਵਣ ਤਾਂ ਉਹਨਾਂ ਸੰਬੰਧਕੀ ਸ਼ਬਦਾਂ ਉੱਪਰ ਵਿਸ਼ਰਾਮ ਲੱਗਿਆ ਕਰਦਾ ਆ। ਜਿਵੇਂ ਇੱਥੇ ਕੀ ਸੰਬੰਧਕੀ ਸ਼ਬਦ ਹੈ, ਵਿਸ਼ਰਾਮ ਲੱਗੇਗਾ ਕੀ ਉੱਪਰ, ਮਨ ਕੀ, ਅਰਧ ਵਿਸ਼ਰਾਮ ਲੱਗਣਾ ਇੱਥੇ, ਮਨ ਕੀ ਮਨ ਹੀ ਮਾਹਿ ਰਹੀ, ਮਾਹਿ ਰਹੀ, ਮਾਹੇ ਰਹੀ ਨਹੀਂ ਪੜ੍ਹਨਾ, ਮਾਹਿ ਰਹੀ। ਨਾ ਹਰ ਭਜੇ ਵਿਸ਼ਰਾਮ, ਨਾ ਤੀਰਥ ਸੇਵੇ ਵਿਸ਼ਰਾਮ, ਚੋਟੀ ਕਾਲ ਗਹੀ ਇੱਦਾਂ ਪੜ੍ਹਨਾ ਆ। ਦਾਰਾ ਮੀਤ ਵਿਸ਼ਰਾਮ, ਪੂਤ ਰਥ ਸੰਪਤ ਵਿਸ਼ਰਾਮ, ਧਨ ਪੂਰਨ ਸਭ ਮਹੀ, ਧਨ ਪੂਰਨ ਸਭ ਮਹੀ, ਅਵਰ ਸਗਲ ਮਿਥਿਆ ਇਹ ਜਾਨੋ ਵਿਸ਼ਰਾਮ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਫਿਰਤ ਫਿਰਤ ਬਹੁਤੇ ਜੁਗ ਹਾਰਿਓ ਵਿਸ਼ਰਾਮ, ਕਹਿਤ ਨਾਨਕ ਕਹਿਤ ਵਿਸ਼ਰਾਮ, ਮਿਲਨ ਕੀ ਵਰੀਆ ਇੱਥੇ ਵੀ ਰੁਕਣਾ। ਸਿਮਰਤ ਕਹਾਂ ਨਹੀਂ, ਇਉਂ ਇਸ ਦਾ ਪਾਠ ਕਰਨਾ ਹੈ। ਸਿਮਰਤ ਕਹਾਂ ਨਹੀਂ, ਕਹਾ ਨਹੀਂ ਦਾ ਨਹੀਂ ਪੜ੍ਹਨਾ, ਕਹਾ ਨਹੀਂ ਪੜ੍ਹਨਾ, ਕਿਉਂਕਿ ਕਹਾ ਸ਼ਬਦ ਆ ਜਿਹੜਾ ਉਹ ਕਹਿਣ ਨਾਲ ਆਖਣ ਨਾਲ ਅਰਥ ਰੱਖਦਾ ਹੈਗਾ। ਕਹਾਂ ਦਾ ਅਰਥ ਕਿਉਂ ਕਿੱਥੇ। ਸੋ ਅਰਥਾਂ ਦੇ ਨਾਲ ਆਪਾਂ ਜੁੜੀਏ। ਮਨ ਕੀ ਮਨ ਹੀ ਮਾਹਿ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਕਹਿੰਦੇ ਹੇ ਭਾਈ, ਮਨੁੱਖ ਦਾ ਜੀਵਨ ਆ ਜਿਹੜਾ ਉਹ ਇੱਦਾਂ ਹੀ ਬੀਤਦਾ ਜਾ ਰਿਹਾ ਹੈ। ਜਦੋਂ ਮੌਤ ਇਸ ਨੂੰ ਆ ਕੇ ਗ੍ਰਸ ਲੈਂਦੀ ਆ ਤਾਂ ਮਨ ਕੀ ਮਨ ਹੀ ਮਾਹਿ ਰਹੀ, ਜੋ ਮਨ ਵਿੱਚ ਸੋਚੀਆਂ ਹੁੰਦੀਆਂ ਉਹ ਮਨ ਵਿੱਚ ਹੀ ਰਹਿ ਜਾਂਦੀਆਂ ਨੇ। ਨਾ ਹਰ ਭਜੇ, ਨਾ ਤੇ ਇਹ ਰੱਬ ਨੂੰ ਸਿਮਰ ਸਕਿਆ, ਜਿਸ ਦੀ ਸਮਝ ਇਸ ਨੂੰ ਗੁਰੂ ਨੇ ਦਿੱਤੀ ਉਸ ਰੱਬ ਨੂੰ ਸਿਮਰੇ ਨਹੀਂ ਸਕਿਆ। ਨਾ ਤੀਰਥ ਸੇਵੇ, ਨਾ ਹੀ ਉਸ ਤੀਰਥ ਦੀ ਸੇਵਾ ਕਰ ਸਕਿਆ, ਸੇਵ ਸਕਿਆ ਜਿਸ ਤੀਰਥ ਬਾਰੇ ਗੁਰੂ ਨੇ ਦੱਸਿਆ। ਗੁਰੂ ਹੁਣ ਦੁਨਿਆਵੀ ਤੀਰਥਾਂ ਦੀ ਗੱਲ ਤੇ ਕਰਦਾ ਨਹੀਂ, ਗੁਰੂ ਦਾ ਤੇ ਤੀਰਥ ਇੱਕੋ ਹੀ ਹੈ। ਤੀਰਥ ਨਾਵਣ ਜਾਉ ਤੀਰਥ, ਨਾਮ ਹੈ ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ ਗੁਰ ਗਿਆਨ, ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਗੁਰੂ ਨੇ ਤੇ ਗੁਰੂ ਦੇ ਗਿਆਨ ਨੂੰ ਹੀ ਤੀਰਥ ਮੰਨਿਆ ਹੈ, ਪਰਮੇਸ਼ਰ ਦੇ ਪਿਆਰ ਨੂੰ ਹੀ ਤੀਰਥ ਮੰਨਿਆ ਹੈ। ਇਹ ਤੀਰਥ ਤੁਹਾਨੂੰ ਹਰ ਥਾਂ ਤੇ ਮਿਲ ਜਾਏਗਾ। ਸੋ ਇਹ ਜਿਹੜਾ ਤੀਰਥ ਹੈ, ਨਾ ਤੇ ਇਹਦੀ ਸੇਵਾ ਕੀਤੀ, ਇਹਨੂੰ ਸਿਮਰਨਾ ਕੀਤਾ, ਨਾ ਹੀ ਪਰਮੇਸ਼ਰ ਨਾਲ ਪਿਆਰ ਬਣਿਆ। ਚੋਟੀ ਕਾਲ ਗਹੀ, ਇਹਦੀ ਬੋਦੀ ਨੂੰ ਕਾਲ ਨੇ ਆ ਕੇ ਫੜ ਲਿਆ, ਭਾਵ ਮੌਤ ਆਣ ਕੇ ਇਸ ਨੂੰ ਗ੍ਰਸ ਲੈਂਦੀ ਆ। ਮੌਤ ਦੀ ਗ੍ਰਿਫਤ ਵਿੱਚ ਇਹ ਪੈ ਜਾਂਦਾ ਹੈ ਤੇ ਫਿਰ ਇਸ ਦੇ ਮਨ ਵਿੱਚ ਬਣਾਈਆਂ ਹੋਈਆਂ ਸਾਰੀਆਂ ਵਿਉਂਤਾਂ, ਵੀ ਇੱਦਾਂ ਕਰਨਾ, ਇੱਦਾਂ ਕਰਨਾ, ਉੱਥੇ ਜਾਣਾ, ਉਹ ਸਭ ਚੀਜ਼ਾਂ, ਉਹ ਸਭ ਖਿਆਲਾਤ ਮਨ ਦੇ ਮਨ ਵਿੱਚ ਰਹਿ ਜਾਂਦੇ ਆ। ਕਹਿਣ ਤੋਂ ਭਾਵ ਗੁਰੂ ਸਾਹਿਬ ਦਾ ਇਹ ਹੈ ਵੀ ਇਸ ਤੋਂ ਪਹਿਲਾਂ ਤੁਹਾਡੇ ਮਨ ਦੀਆਂ ਤੁਹਾਡੇ ਮਨ ਵਿੱਚ ਹੀ ਰਹਿ ਜਾਣ। ਜੋ ਵੀ ਤੁਸੀਂ ਵਿਉਂਤਾਂ ਬਣਾ ਕੇ ਰੱਖੀਆਂ ਹੋਈਆਂ, ਚੰਗੀਆਂ ਸ਼ੁਭ ਵਿਉਂਤਾਂ ਜੋ ਬਣਾ ਕੇ ਰੱਖੀਆਂ ਵੀ ਆਹ ਕੰਮ ਵੀ ਕਰਨਾ, ਆਹ ਕੰਮ ਵੀ ਕਰਨਾ, ਸਮਾਂ ਰਹਿੰਦੇ ਉਹਨਾਂ ਨੂੰ ਕਰ ਲਵੋ। ਕੋਈ ਪਤਾ ਨਹੀਂ ਬਾਅਦ ਵਿੱਚ ਤੁਹਾਨੂੰ ਉਹਨਾਂ ਨੂੰ ਕਰਨ ਦਾ ਸਮਾਂ ਮਿਲੇ ਜਾਂ ਨਾ ਮਿਲੇ। ਵਕਤ ਰਹਿੰਦੇ ਜੋ ਮਨ ਵਿੱਚ ਬਣਾ ਕੇ ਰੱਖੀ ਹੈ ਨਾ ਵਿਉਂਤ, ਵਕਤ ਰਹਿੰਦੇ ਉਹਨੂੰ ਪੂਰਾ ਕਰ ਲੈਣਾ ਚਾਹੀਦਾ ਆ। ਬਾਅਦ ਵਿੱਚ ਪਤਾ ਨਹੀਂ ਹੁੰਦਾ ਉਸ ਨੂੰ ਪੂਰਿਆਂ ਕਰਨ ਦਾ ਸਮਾਂ ਸਾਨੂੰ ਮਿਲੇ ਜਾਂ ਸਾਨੂੰ ਨਾ ਮਿਲੇ। ਇਹ ਦੱਸਦੇ ਨੇ ਗੁਰੂ ਸਾਹਿਬ, ਚੇਤੰਨ ਕਰਦੇ ਆ, ਡਰਾ ਨਹੀਂ ਰਹੇ, ਨਿਰਾਸ਼ਾਵਾਦੀ ਦੇ ਆਲਮ ਵਿੱਚ ਨਹੀਂ ਲੈ ਕੇ ਜਾ ਰਹੇ, ਚੇਤੰਨ ਕਰਦੇ ਆ ਤੇ ਸਾਨੂੰ ਕਹਿ ਰਹੇ ਨੇ ਵੀ ਜੇ ਕੱਲ੍ਹ ਤੇ ਪਾਇਆ ਤਾਂ ਅੱਜ ਕਰ, ਹੁਣੇ ਤਕੜਾ ਹੋ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਦਾਰਾ ਦਾ ਅਰਥ ਉਹੀ ਪਤਨੀ, ਮੀਤ ਦਾ ਅਰਥ ਮਿੱਤਰ,
ਪੂਤ ਦਾ ਅਰਥ ਔਲਾਦ, ਰਥ ਸੰਪਤ, ਇਹਦਾ ਅਰਥ ਬਈ ਜੋ ਤੇਰੇ ਕੋਲੇ ਵਹੀਕਲ ਨੇ, ਜੋ ਤੇਰੇ ਕੋਲੇ ਸੰਪਦਾ ਹੈ, ਸੰਪਤੀ ਹੈ। ਧਨ ਪੂਰਨ ਸਭ ਮਹੀ, ਸਾਰੀ ਧਰਤੀ, ਜੋ ਜ਼ਮੀਨ ਭੋਏ ਦਾ ਤੂੰ ਮਾਲਕ ਆ, ਧਨ ਜੋ ਤੇਰੇ ਕੋਲ ਹੈਗਾ। ਅਵਰ ਸਗਲ ਮਿਥਿਆ ਇਹ ਜਾਣੋ, ਭਜਨ ਰਾਮ ਕੋ ਸਹੀ। ਪਰਮੇਸ਼ਰ ਦੇ ਪਿਆਰ ਦੇ ਟਾਕਰੇ ਦੇ ਉੱਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੇਅਰਥ ਜਾਣ। ਭਜਨ ਰਾਮ ਕੋ ਸਹੀ, ਪਰਮੇਸ਼ਰ ਦਾ ਪਿਆਰ ਭਾਈ ਸਭ ਤੋਂ ਸਹੀ ਹੈ। ਜਾਂ ਇਉਂ ਕਹਿ ਲਈਏ, ਜਿਹਨੂੰ ਰੱਬ ਦੇ ਪਿਆਰ ਦੀ ਜਾਂਚ ਆ ਗਈ, ਫਿਰ ਉਹ ਰੱਬ ਦੇ ਪਿਆਰ ਤੋਂ ਆਪਣਾ ਆਪਾ ਕੁਰਬਾਨ ਕਰ ਦਿੰਦਾ ਆ, ਬਜਾਏ ਇਸ ਦੇ ਉਹ ਸਭ ਕੁਝ ਆਪਣਿਆਂ ਤੋਂ ਕੁਰਬਾਨ ਕਰੇ। ਦੋ ਤਰ੍ਹਾਂ ਦੇ ਲੋਕ ਹੁੰਦੇ ਆ ਨਾ ਕੁਰਬਾਨੀ ਕਰਨ ਵਾਲੇ, ਦੋ ਤਰ੍ਹਾਂ ਦੇ। ਪਹਿਲੇ ਤੇ ਉਹ ਹੁੰਦੇ ਆ ਜਿਹੜਾ ਆਪਣਾ ਸਭ ਕੁਝ ਆਪਣੇ ਸਹੀ ਅਸੂਲਾਂ ਤੇ ਚੱਲਦੇ ਹੋਏ ਧਰਮ ਤੋਂ, ਜਾਂ ਕਹਿ ਲਈਏ ਇਨਸਾਨੀਅਤ ਤੋਂ, ਮਨੁੱਖਤਾ ਤੋਂ, ਦੇਸ਼ ਕੌਮ ਤੋਂ ਕੁਰਬਾਨ ਕਰ ਦਿੰਦੇ ਆ, ਜਿਵੇਂ ਸਾਡੇ ਗੁਰੂ ਪਾਤਸ਼ਾਹਾਂ ਨੇ ਕੀਤਾ, ਗੁਰਸਿੱਖਾਂ ਨੇ ਕੀਤਾ। ਤੇ ਦੂਜੇ ਉਹ ਹੁੰਦੇ ਆ ਜਿਹੜੇ ਜੋ ਉਹਨਾਂ ਨੂੰ ਮਿਲਿਆ ਹੁੰਦਾ ਉਹ ਸਭ ਕੁਝ ਲੋਕਾਂ ਦੇ ਹੱਕ ਆਪਣਿਆਂ ਤੋਂ ਵਾਰ ਦਿੰਦੇ ਆ, ਕੁਰਬਾਨ ਕਰ ਦਿੰਦੇ ਆ। ਜੋ ਕੁਝ ਦੂਸਰਿਆਂ ਨੂੰ ਮਿਲਣਾ ਹੁੰਦਾ ਹੈ ਉਹ ਸਭ ਕੁਝ ਆਪਣਿਆਂ ਤੋਂ ਕੁਰਬਾਨ ਕਰ ਦਿੰਦੇ ਆ। ਕੁਰਬਾਨ ਦੋਵੇਂ ਹੀ ਕਰਦੇ ਆ, ਇੱਕ ਆਪਣਿਆਂ ਤੋਂ ਕਰਦੇ, ਇੱਕ ਆਪਣਿਆਂ ਨੂੰ ਕਰ ਦਿੰਦੇ ਆ। ਬਸ ਫਰਕ ਇਹ ਹੁੰਦਾ ਆ। ਸੋ ਪਾਤਸ਼ਾਹ ਕਹਿਣ ਲੱਗੇ, ਭਾਈ ਜਿਨ੍ਹਾਂ ਦਾ ਨਿਸ਼ਾਨਾ ਚੰਗਾ ਹੋਵੇ, ਆਦਰਸ਼ ਜਿਨ੍ਹਾਂ ਦੇ ਵੱਡੇ ਹੋਣ, ਪ੍ਰਾਪਤੀਆਂ ਆਪਣੇ ਮਨ ਵਿੱਚ ਜੋ ਵੱਡੀਆਂ ਲੈ ਕੇ ਚੱਲੇ ਹੁੰਦੇ ਆ, ਉਹ ਗੁਰਮੁਖ ਪਿਆਰੇ ਫਿਰ ਇਹ ਨਹੀਂ ਸੋਚਿਆ ਕਰਦੇ ਵੀ ਕੱਲ੍ਹ ਨੂੰ ਕਰ ਦਿਆਂਗੇ, ਵੇਲਾ ਹੈਗਾ, ਵਕਤ ਹੈਗਾ। ਨਹੀਂ, ਉਹ ਤੇ ਕਹਿੰਦੇ ਕੋਈ ਪਤਾ ਨਹੀਂ, ਬਾਅਦ ਵਿੱਚ ਮਨ ਵਿੱਚ ਹੀ ਰਹਿ ਜਾਵੇ। ਆਪਣੇ ਕਾਰਜ ਨੂੰ ਪੂਰੀਆਂ ਕਰ ਲਈਏ, ਤੇ ਇਹਨੂੰ ਪੂਰੀਆਂ ਕਰਨ ਲਈ ਕੁਝ ਸਮੇਂ ਲਈ ਮੈਨੂੰ ਪਰਿਵਾਰ ਤੋਂ ਵੀ ਦੂਰ ਹੋਣਾ ਪਵੇ, ਆਪਣੀ ਜਾਇਦਾਦ ਵੀ ਛੱਡਣੀ ਪਵੇ, ਆਪਣਾ ਸਭ ਕੁਝ ਤਿਆਗਣਾ ਪਵੇ, ਉਹ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ। ਕਿਉਂਕਿ ਉਸ ਲਈ ਭਜਨ ਰਾਮ ਕੋ ਸਹੀ ਹੁੰਦਾ ਹੈ, ਤੇ ਪਰਮੇਸ਼ਰ ਦੇ ਪਿਆਰ ਦੇ ਟਾਕਰੇ ਦੇ ਉੱਪਰ ਬਾਕੀ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਹੋ ਜਾਂਦਾ ਹੈ। ਇਹਨੂੰ ਆਪ ਜੀ ਨੇ ਬ੍ਰਹਮਣਿਜ਼ਮ ਦੇ ਪ੍ਰਸੰਗ ਵਿੱਚੋਂ ਨਹੀਂ ਲੈਣਾ। ਜਿਵੇਂ ਬ੍ਰਹਮਣਿਜ਼ਮ ਦੇ ਪ੍ਰਸੰਗ ਵਿੱਚ ਦਾਨ ਦੀ ਹੁੰਦੀ ਸੀ ਪ੍ਰਪਾਟੀ, ਵੀ ਤੁਸੀਂ ਬ੍ਰਾਹਮਣ ਨੂੰ ਦਾਨ ਕਰ ਦਿਓ, ਤੁਹਾਨੂੰ ਸਵਰਗਾਂ 'ਚ ਜਾਣਾ ਪਏਗਾ, ਚਲੇ ਜਾਓਗੇ, ਤੁਸੀਂ ਆਪਣੀ ਪਤਨੀ ਆਪਣਾ ਸਭ ਕੁਝ ਦੇ ਕੇ ਕਰਕੇ ਦਾਨ, ਤੇ ਆਪ ਹੋ ਜਾਓ ਖਤਮ। ਉਸ ਰੂਪ ਦੇ ਵਿੱਚ ਨਹੀਂ ਵੇਖਣਾ, ਕੌਮੀ ਰੂਪ ਦੇ ਵਿੱਚ ਜੁਝਾਰੂਵਾਦੀ ਦੌਰ ਤੋਂ ਵੇਖਣਾ ਆ। ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਵੇਂ ਭਾਈ ਮਤੀ ਦਾਸ ਸਤੀ ਦਾਸ, ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ, ਉਸ ਰੂਪ 'ਚ ਅਸੀਂ ਵੇਖਣਾ ਹੈ। ਵਿਆਖਿਆ ਆਪਾਂ ਬਹੁਤੀ ਨਹੀਂ ਕਰਾਂਗੇ, ਬਸ ਤੁਸੀਂ ਸਮਝ ਲੈਣਾ ਆ। ਅਗਲੀ ਗੱਲ ਹੈਗੀ ਜੀ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਫਿਰਦਿਆਂ ਫਿਰਦਿਆਂ ਨੂੰ ਬੜਾ ਸਮਾਂ ਹੋ ਗਿਆ ਆ, ਤੇ ਹੁਣ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ। ਕਹਿਤ ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾਂ ਨਹੀਂ। ਇੱਥੋਂ ਨਾਨਕ ਜੀ ਮਹਾਰਾਜ 9ਵੇਂ ਪਾਤਸ਼ਾਹ ਕਹਿ ਰਹੇ ਨੇ, ਇਸ ਸਮਾਂ ਪਰਮੇਸ਼ਰ ਨੂੰ ਮਿਲਣ ਦਾ, ਰੱਬ ਨਾਲ ਅਭੇਦ ਹੋਣ ਦਾ ਆ। ਸਿਮਰਤ ਕਹਾਂ ਨਹੀਂ, ਕਿਉਂ ਤੂੰ ਪਰਮੇਸ਼ਰ ਦੇ ਵਿੱਚ ਆਪਣੇ ਆਪ ਨੂੰ ਅਭੇਦ ਨਹੀਂ ਕਰਦਾ ਪਿਆ। ਇਸੇ ਗੱਲ ਨੂੰ ਗੁਰੂ ਸਾਹਿਬ ਨੇ ਅਗਲੇ ਸ਼ਬਦ ਵਿੱਚ ਕੰਟੀਨਿਊ ਕੀਤਾ ਹੋਇਆ ਹੈ, ਉਹ ਆਪਾਂ ਅਗਲੇ ਹਿੱਸੇ ਵਿੱਚ ਵਿਚਾਰਦੇ ਹਾਂ। ਫਿਲਹਾਲ ਆਪਾਂ ਆਪਣੀ ਬੇਨਤੀ ਨੂੰ, ਇਸ ਹਿੱਸੇ ਦੀ ਬੇਨਤੀ ਨੂੰ ਇੱਥੇ ਸੰਕੋਚਦੇ ਹਾਂ। ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਸਾਡੇ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਦੇ ਉੱਪਰ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।